ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਮੀਟਿੰਗ ਦੌਰਾਨ ਕਿਹਾ ਕਿ ਬੀਜੇਪੀ, ਆਰਐਸਐਸ ਅਤੇ ਹੋਰ ਕੱਟੜਵਾਦੀ ਜਮਾਤਾਂ ਦੇਸ਼ ਨੂੰ ਕਮਜ਼ੋਰ ਕਰ ਰਹੀਆਂ ਹਨ। ਮੌਜੂਦਾ ਭਾਰਤੀ ਹੁਕਮਰਾਨ ਮੁਲਕ ਅੰਦਰ ਕੱਟੜਵਾਦ ਫੈਲਾ ਰਹੇ ਹਨ। ਭਾਰਤੀ ਸੰਵਿਧਾਨ ਸੈਕੂਲਰ ਹੈ ਅਤੇ ਉਹ ਕਿਸੇ ਵੀ ਚੁਣੇ ਹੋਏ ਰਾਜਨੀਤਿਕ ਨੁਮਾਇੰਦੇ ਨੂੰ ਧਾਰਮਿਕ ਮਾਮਲਿਆਂ ਅੰਦਰ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਦਿੰਦਾ ਹੈ। ਸਰਦਾਰ ਮਾਨ ਨੇ ਕਿਹਾ ਕਿ ਅਸੀਂ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਦੇ ਹਾਂ। ਗੁਰਦੁਆਰਾ ਸਾਹਿਬ, ਮੰਦਰ, ਮਸਜਿਦ ਅਤੇ ਚਰਚ ਬਣਾਉਣ ਦਾ ਵੀ ਸਤਿਕਾਰ ਕਰਦੇ ਹਾਂ। ਪਰ ਬੀਜੇਪੀ, ਆਰਐਸਐਸ ਅਤੇ ਮੋਦੀ ਸਰਕਾਰ ਮੁਲਕ ਅੰਦਰ ਕੱਟੜਵਾਦ ਫੈਲਾ ਕੇ ਭਾਈਚਾਰਕ ਸਾਂਝ ਨੂੰ ਖਤਰਾ ਖੜਾ ਕਰ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਸੈਕੂਲਰ ਹਾਂ, ਇਸ ਲਈ ਨਾ ਮੰਦਰ ਢਾਹ ਕੇ ਮਸਜਿਦ ਬਣਾਉਣ ਦੇ ਹੱਕ ਵਿੱਚ ਹਾਂ ਅਤੇ ਨਾ ਹੀ ਮਸਜਿਦ ਢਾਹ ਕੇ ਮੰਦਰ ਬਣਾਉਣ ਦੇ ਹੱਕ ਵਿੱਚ ਹਾਂ। ਭਾਰਤੀ ਸੂਬਿਆਂ ਵਿੱਚ ਬਹੁ-ਭਾਸ਼ਾਈ ਅਤੇ ਬਹੁ-ਧਰਮੀ ਲੋਕ ਵਸਦੇ ਹਨ, ਜਿਨ੍ਹਾਂ ਦਾ ਆਪਸੀ ਮੇਲ ਮਿਲਾਪ ਹੈ। ਉਹਨਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਮੋਦੀ ਸਾਹਿਬ ਪਹਿਲਾਂ ਮੈਂਬਰ ਪਾਰਲੀਮੈਂਟ ਹਨ ਅਤੇ ਬਾਅਦ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਇਸ ਲਈ ਉਹਨਾਂ ਨੂੰ ਕਿਸੇ ਵੀ ਧਰਮ ਵਿੱਚ ਦਖਲ ਨਹੀਂ ਦੇਣਾ ਚਾਹੀਦਾ, ਸਗੋਂ ਉਹਨਾਂ ਨੂੰ ਤਾਂ ਸੈਕੂਲਰ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਬਿਲਕੁਲ ਸਾਫ਼ ਹੈ ਕਿ ਕੋਈ ਵੀ ਰਾਜਨੀਤਿਕ ਨੁਮਾਇੰਦਾ ਕਿਸੇ ਵੀ ਧਾਰਮਿਕ ਅਸਥਾਨ ਨੂੰ ਸਰਕਾਰੀ ਪੱਧਰ ਤੇ 1 ਰੁਪਏ ਦੀ ਗ੍ਰਾਂਟ ਨਹੀਂ ਦੇ ਸਕਦਾ। ਫਿਰ ਮੋਦੀ ਸਾਹਿਬ ਅਯੋਧਿਆ ਵਿੱਚ ਮੰਦਰ ਦੀ ਉਸਾਰੀ ਲਈ ਕਿਵੇਂ ਦਖਲ ਦੇ ਸਕਦੇ ਹਨ। ਉਹਨਾਂ ਖਦਸ਼ਾ ਜ਼ਾਹਰ ਕੀਤਾ ਕਿ ਦੇਸ਼ ਅੰਦਰ ਘੱਟ ਗਿਣਤੀਆਂ ਅੰਦਰ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਦੇਸ਼ ਅੰਦਰ ਵਸਦੀਆਂ ਵੱਖ-ਵੱਖ ਕੌਮਾਂ ਅੰਦਰ ਆਪਸੀ ਨਫ਼ਰਤ ਵਧੇਗੀ ਅਤੇ ਭਾਰਤ ਦੀ ਏਕਤਾ ਅਤੇ ਅਖੰਡਤਾ ਉੱਪਰ ਭਾਰੀ ਸੱਟ ਵੱਜੇਗੀ ਅਤੇ ਦੇਸ਼ ਦੇ ਅੰਦਰੂਨੀ ਮਾਮਲੇ ਵਿਗੜ ਜਾਣਗੇ। ਉਹਨਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਦੇਸ਼ ਅੰਦਰ ਆਪਸੀ ਭਾਈਚਾਰਕ ਸਾਂਝ ਟੁੱਟ ਜਾਵੇ ਤਾਂ ਗੁਆਂਢੀ ਮੁਲਕਾਂ ਨੂੰ ਮੌਕਾ ਮਿਲ ਸਕਦਾ ਹੈ। ਸੋ ਇਹੋ ਜਿਹੇ ਕੰਮ ਦੇਸ਼ ਦੇ ਹੁਕਮਰਾਨਾਂ ਨੂੰ ਨਹੀਂ ਕਰਨੇ ਚਾਹੀਦੇ। ਉਹਨਾਂ ਸਾਰੇ ਭਾਈਚਾਰਿਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੇਸ਼ ਵਿੱਚ ਇਹ ਸਭ ਹੋ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਬਾਬਰੀ ਮਸਜਿਦ ਨੂੰ ਢਹਿ-ਢੇਰੀ ਕੀਤਾ ਗਿਆ, ਅਸੀਂ ਉਸ ਟਾਈਮ ਵੀ ਇਸ ਦਾ ਵਿਰੋਧ ਕੀਤਾ ਸੀ। ਉਹਨਾਂ ਕਿਹਾ ਕਿ ਦੇਸ਼ ਅੰਦਰ ਵਸਦੀ ਬਹੁਗਿਣਤੀ ਦੀਆਂ ਵੋਟਾਂ ਲੈਣ ਲਈ ਘੱਟ ਗਿਣਤੀਆਂ ਉੱਪਰ ਜ਼ਬਰ ਕੀਤਾ ਜਾ ਰਿਹਾ ਹੈ, ਜੋ ਬੇਹੱਦ ਮੰਦਭਾਗਾ ਹੈ। ਉਹਨਾਂ ਕਿਹਾ ਕਿ ਭਾਰਤੀ ਹੁਕਮਰਾਨਾਂ ਵੱਲੋਂ ਵਿਦੇਸ਼ਾਂ ਵਿੱਚ ਸਿੱਖਾਂ ਦੇ ਕੀਤੇ ਗਏ ਕਤਲਾਂ ਨਾਲ ਸਿੱਖ ਕੌਮ ਦੇ ਮਨਾਂ ਉੱਪਰ ਭਾਰੀ ਠੇਸ ਪਹੁੰਚੀ ਹੈ। ਇਸੇ ਕਰਕੇ ਹੀ ਭਾਰਤ ਸਮੇਤ 4 ਮੁਲਕਾਂ ਦੀ ਸੰਧੀ ਟੁੱਟ ਗਈ ਹੈ। ਉਹਨਾਂ ਕਿਹਾ ਕਿ ਅਸੀਂ ਭਾਈਚਾਰਕ ਬਰਾਬਰਤਾ ਅਤੇ ਸ਼ੁਭ ਸਮਾਜਵਾਦ ਦੇ ਹੱਕ ਵਿੱਚ ਹਾਂ ਅਤੇ ਹਮੇਸ਼ਾ ਸਰਬੱਤ ਦਾ ਭਲਾ ਮੰਗਦੇ ਹਾਂ। ਉਹਨਾਂ ਦੇਸ਼ ਦੀ ਬਹੁਗਿਣਤੀ ਹਿੰਦੂ ਭਾਈਚਾਰੇ ਨੂੰ ਵੀ ਅਪੀਲ ਕੀਤੀ ਕਿ ਉਹ ਇਕੱਠੇ ਹੋ ਕੇ ਦੇਸ਼ ਅੰਦਰ ਵਸਦੀਆਂ ਘੱਟ ਗਿਣਤੀਆਂ ਦੀ ਹਿਮਾਇਤ ਕਰਨ। ਉਹਨਾਂ ਅਖੀਰ ਵਿੱਚ ਕਿਹਾ ਕਿ ਅਸੀਂ ਸਾਰਿਆਂ ਦੇ ਹਮਦਰਦ ਹਾਂ, ਪਰ ਜ਼ਬਰ, ਜ਼ੁਲਮ ਅਤੇ ਧੱਕੇ ਦੇ ਖਿਲਾਫ ਹਮੇਸ਼ਾ ਬੋਲਦੇ ਰਹਾਂਗੇ। कि जो मंदिर हुकूमत के बनने चाहिए उसमें हमारी रुकावट बिल्कुल नहीं ही है, मगर हम अगर हिंदू चाहेंगे उनकी इमदाद भी करेंगे। पर ऐसे बाबरी मस्जिद को तबाह करके LK अडवाणी, बीजेपी, RSS इन्होंने सब ने इकट्ठा होके 1992 में जब नरसिम्हा राव इस मुल्क के प्राइम मिनिस्टर थे कांग्रेस पार्टी के, उनकी सहमति के साथ ये बाबरी मस्जिद को शहीद किया गया था। और हम छोटे हैं, थोड़े हैं, हमने इसके खिलाफ प्रोटेस्ट किया था। हम अयोध्या गए थे, फतेहगढ़ जेल में हमने कई रातें गुजारी और फिर हमको रिहा किया गया। अब जो प्राइम मिनिस्टर साहब बाबरी मस्जिद के ऊपर मंदिर बना रहे हैं, संविधान और कॉन्स्टिट्यूशन की ओर से प्राइम मिनिस्टर कोई भी धार्मिक इमारत में बनाने में या उसकी इमदाद करने के लिए वो नहीं कर सकता, क्यों करके जो कॉन्स्टिट्यूशन संविधान है वो सेकुलर है, धर्मनिरपेक्ष है। अगर मैं आपका MP हूं तो मैं अपनी फंड से क्यों करके ये सेकुलर धर्मनिरपेक्ष मुल्क है,
ना मैं आपके मस्जिद को, ना गुरुद्वारे को, ना मंदिर को मैं पैसा नहीं दे सकता हूं। अगर मेरे ऊपर पाबंदी है कि ऐसा काम मैं नहीं कर सकता, तो प्राइम मिनिस्टर साहब भी मेंबर पार्लियामेंट पहले हैं, बाद में प्राइम मिनिस्टर हैं, वो भी ऐसा नहीं कर सकते। जो संविधान है, जहां इस देश की कॉन्स्टिट्यूशन है, मैंने गुजारिश सब मुसलमान मुल्कों को की है कि इसके खिलाफ आपको आवाज उठानी पड़ेगी। पर बदकिस्मती है कि आज तक मेरे को किसी भी इस्लामिक हुकूमत का जवाब नहीं आया है, और हम हरेक यत्न कर रहे हैं कि जो धर्मनिरपेक्षता है संविधान की, वो कायम रहे और उसको हम टूटने ना दें। जो मंदिर के बड़े बड़े शंकराचार्य हैं, उन्होंने हमारे अकाल तख्त के जथेदार साहब को, STPC को, बादल दल को भी निमंत्रण भेजे हैं, और मैंने अच्छी तरह समझाया है कि सिख लोग किसी भी आइडल या मूर्ति या किसी की बनाई हुई शक्ल, उसके पुजारी नहीं है। तो कोई भी सिख उधर मंदिर की उद्घाटन के लिए नहीं जा सकता। इसके ऊपर सिख मजहब बहुत स्पष्ट है, और हम आस करते हैं कि जो हमने आवाज उठाई है उसको हमारे सिख भाई जो आज सियासी ताकत में हैं, वो समझेंगे और उधर नहीं जाएंगे। पर अगर कोई हिंदू कहे कि आप हमारी इमदाद करो कि हमने इधर या उधर मंदिर बनाना है, हम बिल्कुल तैयार हैं उनकी इमदाद करने के लिए। अगर मस्जिद है उसकी इमदाद करने के लिए। पर ये काम हम बिल्कुल खिलाफ हैं कि किसी मस्जिद, बबरी मस्जिद के ऊपर एक मंदिर बनाया जाए। इसके साथ हजारों सालों के लिए ये हिंदू और मुसलमान की दुश्मनी पड़ जाएगी, जो मैं समझता हूं इस देश के लिए ठीक नहीं है। क्यों करके झगड़ा इस हिंदुस्तान का चीन के साथ भी है और पाकिस्तान के भी साथ है। और अगर ये मस्जिद के ऊपर मंदिर बन रहा है, इससे अंदरूनी मामले इंडिया के खराब होंगे। जब अंदरूनी मामले किसी देश के खराब हो जाए, तो जो देश इसके ऊपर बुरी नजर रखता है, वो फिर और ताकतवर बन जाता है और हमला भी कर सकता है। सो हमने बहुत अच्छी तरह समझाया है, पर हम
क्यों करके कम गिनती के हैं, तो हमारी आवाज जब राज आ जाए तो फिर इसमें बहुत सारा अहंकार आ जाता है और अहंकार का अंत हमेशा खुदा खत्म कर देता है। तो मैं आस करता हूं जो आपने छोटी सी बात की है रेलवे की, ये तो जरूर मैं करने की कोशिश करूंगा। और जो है कि एक बबरी मस्जिद के ऊपर मंदिर बन रहा है, ये सिख लोग, सिख कौम इसके बिल्कुल खिलाफ है। अस्सलाम वालेकुम, वाहिगुरू जी का खालसा, वाहिगुरू जी की फतेह। अगली बात मैं बताना चाहता हूं कि नवाब शेर मोहम्मद खान साहब ने सिखों के ऊपर बहुत बड़ा एहसान किया है और हम बहुत देर से इजाजत मांग रहे थे कि उनके नाम के ऊपर हम कोई यादगार इधर मलेरकोटले में बनवा दें। तो वो इजाजत आ गई है और जिस दिन हमने काम शुरू करना है आपको बुलाया जाएगा और आप उधर नमाज भी पढ़ेंगे और उस इमारत को ऐसा शुभकामना भी देंगे कि शेर मोहम्मद खान साहब के लिए सिखों ने कुछ ना कुछ किया है। बेशक इनका राज नहीं है, पर तब भी जितना हो सकता है वो सिखों ने शुरू किया है।